एक ओंकार सतगुर प्रसाद। राग आसा महला नौवा। बिरथा कहाँ कौन स्यों मन की, लोभ ग्रस्यो दसहूँ दिश धावत। आसा लाग्यो धन की, बिरथा कहो कौन स्यों मन की, लोभ ग्रस्यो दसहूँ दिश धावत। आसा लाग्यो धन की, रहाउ सुख का हेत बहुत दुख पावत। सेव करत जन जन की, द्वार हैं द्वार स्वान ज्यों डोलत। नह शुद्ध राम भजन की, मानस जन्म अकारथ खोवत। लाज न लोक हसन की, नानक हर जस क्यों नहीं गावत। कुमत बिनासा तन की, मानस जन्म अकारथ खोवत। लाज न लोक हसन की, नानक हर जस क्यों नहीं गावत। कुमत बिनासा तन की। वाहिगुरु जी का खालसा वाहिगुरु जी की फतेह। परम सन्मानयोग चावर तखत सिंहासन दे मालिक राजान राजपान पान, दीवान देव उपमा महान। सतगुरु धन धन साहिब श्री गुरु ग्रंथ साहिब जी महाराज, तिन्हां दी पावन पवित्र हजूरी अंदर हाजरीन सतसंगी जनों, सतगुरां जी की अपार बख्शिश कृपा हुई। साहिब जियां ने शाम दे दीवाना की बख्शिश की। सज्जे दीवाना अंदर सोदा रहरास साहिब जी के जाप, अमृत बानी का कीर्तन। उपरंत आओ जो लड़ीवार सतगुरु गुरु तेग बहादुर महाराज जी के पावन बाणी शब्दां की विचार चलती है। वो विचार दे नाल जुड़न तो पहला सतगुरां जी के पास मन चित एकाग्र कर हाजरी लवाइए, रसना नूं करिए पवित्र। फतेह दी सांझ। वाहिगुरु जी का खालसा वाहिगुरु जी की फतेह। साहिब सतगुरु नौवें नानक धर्म रखियक धन गुरु तेग बहादुर महाराज, तिन्हां दी पाक बाणी का ये 10वां शब्द है।
ਕੱਲ ਤੱਕ ਆਪ ਜੀਆਂ ਨੇ 9 ਸ਼ਬਦਾਂ ਦੀ ਵਿਚਾਰ ਨੂੰ ਸਰਵਣ ਕੀਤਾ ਸੀ, ਜੋ 9 ਸ਼ਬਦ ਗੌੜੀ ਰਾਗ ਦੇ ਅੰਦਰ ਸਨ। ਔਰ ਅੱਜ ਇਹ ਇੱਕ ਹੀ ਸ਼ਬਦ ਜੋ ਆਸਾ ਰਾਗ ਦੇ ਅੰਦਰ ਹੈ। ਇਸ ਤੋਂ ਅਗਲੇ ਬੰਨੇ ਫਿਰ ਰਾਗ ਦੇਵ ਗੰਧਾਰੀ ਦੇ ਅੰਦਰ ਸਾਹਿਬ ਜੀਆਂ ਦੀ ਪਾਕ ਬਾਣੀ, ਜਿਸ ਦੇ ਅੰਦਰ 3 ਸ਼ਬਦ ਹਨ। ਔਰ ਇਸ ਤੋਂ ਅਗਾਂਹ ਫਿਰ ਸਤਿਗੁਰੂ ਜੀ ਰਾਗ ਬਿਹਾਗੜਾ ਦੇ ਅੰਦਰ, ਉੱਥੇ ਵੀ ਸਾਹਿਬ ਸਤਿਗੁਰੂ ਜੀ ਇੱਕ ਸ਼ਬਦ ਦੀ ਬਖਸ਼ਿਸ਼ ਕਰਦੇ ਨੇ। ਇਸ ਤਰ੍ਹਾਂ ਸਤਿਗੁਰਾਂ ਜੀ ਦੇ ਪਾਵਨ ਸ਼ਬਦ ਵੱਖ-ਵੱਖ ਰਾਗਾਂ ਦੇ ਅੰਦਰ ਘੱਟ-ਵੱਧ ਗਿਣਤੀ ਦੇ ਨਾਲ ਜਿਹੜੇ ਨੇ ਉਹ ਅੰਕਿਤ ਨੇ, ਤੇ ਕੁੱਲ ਪਾਵਨ ਸ਼ਬਦ ਸਤਿਗੁਰਾਂ ਜੀ ਦੇ 59 ਹਨ, ਜਿਨ੍ਹਾਂ ਦੇ ਵਿੱਚੋਂ ਆਪਾਂ ਨੇ 9 ਸ਼ਬਦਾਂ ਦੇ ਵਿਚਾਰ ਨੂੰ ਸਰਵਣ ਕੀਤਾ। ਆਓ 10ਵੇਂ ਸ਼ਬਦ ਦਾ ਜੋ ਆਪ ਜੀਆਂ ਨੇ ਪਾਠ ਜਾਪ ਰੂਪ ਦੇ ਅੰਦਰ ਸਰਵਣ ਕੀਤਾ ਹੈ, ਇਹ ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਸ਼ਬਦ ਰਾਗ ਆਸਾ ਦੇ ਅੰਦਰ ਹੈ। ਔਰ ਆਰੰਭਤਾ ਦੇ ਅੰਦਰ ਦਾਤਾਰ ਜੀ ਨੇ ਮੰਗਲਾਚਰਨ ਦਾ ਰੂਪ ਵਰਤਿਆ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਉਹ ਵਾਹਿਗੁਰੂ ਮਾਲਕ ਇੱਕ ਹੈ, ਸਤ ਹੈ, ਸਦੀਵ ਹੈ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਮਿਲਦਾ ਹੈ, ਉਹਨੂੰ ਜਾਣਿਆ ਜਾ ਸਕਦਾ ਹੈ। ਫਿਰ ਸਾਹਿਬ ਜੀਆਂ ਨੇ ਅੱਗੇ ਜੋ ਮਿਹਰਮਤ ਵਰਤਾਈ, ਕਹਿਣ ਲੱਗੇ ਬਿਰਥਾ ਕਹਉ ਕੌਣ ਸਿਉ ਮਨ ਕੀ, ਲੋਭ ਗਰਸਿਓ ਦਸ ਹੂੰ ਦਿਸ਼ ਧਾਵਤ, ਆਸਾ ਲਾਗਿਓ ਧਨ ਕੀ ਰਹਾਉ। ਇਹ ਪਾਵਨ ਬਾਣੀ ਦਾ ਰਹਾਉ ਵਾਲਾ ਬੰਦ ਹੈ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਾਵਨ ਸ਼ਬਦ ਦੀ ਆਰੰਭਤਾ ਦੇ ਅੰਦਰ ਸ਼ਬਦ ਵਰਤਿਆ, ਕਹਿੰਦੇ ਬਿਰਥਾ। ਇਹ ਬਿਰਥਾ ਸ਼ਬਦ ਬਾਣੀ ਦੇ ਅੰਦਰ 2 ਅਰਥਾਂ ਦੇ ਅੰਦਰ ਆਇਆ ਹੈ। ਇੱਕ ਬਿਰਥਾ ਜਨਮ ਗਵਾਇਓ, ਜਿੱਥੇ ਇਹਦਾ ਭਾਵ ਹੈ ਕਿ ਭਾਈ ਇਹ ਜਨਮ ਨੂੰ ਤੂੰ ਵਿਅਰਥ ਹੀ ਗਵਾ ਲਿਆ ਹੈ, ਇਹ ਬੜਾ ਕੀਮਤੀ ਮਿਲਿਆ ਸੀ, ਪਰ ਤੂੰ ਇਹਨੂੰ ਬਿਰਥਾ ਤੋਂ ਭਾਵ ਹੈ ਵਿਅਰਥ ਹੀ ਗਵਾ ਲਿਆ। ਪਰ ਜੋ ਸਤਿਗੁਰਾਂ ਨੇ ਇੱਥੇ ਪਾਵਨ ਸ਼ਬਦ ਵਰਤਿਆ, ਇਹ ਹੈ ਬਿਰਥਾ ਕਹਉ। ਬਿਰਥਾ ਨੂੰ ਕਹਿਣਾ ਹੈ, ਬਿਰਥਾ ਤੋਂ ਭਾਵ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਦਿਲ ਦੀ ਪੀੜਾ ਨੂੰ ਬਿਆਨ ਕਰਨਾ। ਦੁੱਖ ਜਿਹੜਾ ਹੈ ਉਹ ਦੱਸਣਾ ਹੈ ਕਿਸੇ ਨੂੰ। ਕਹਿੰਦੇ ਬਿਰਥਾ ਕਹਉ, ਮੈਂ ਦਿਲ ਦੀ ਪੀੜਾ ਤੇ ਕਹਿਣੀ ਚਾਹੁੰਦਾ ਹਾਂ। ਕੌਣ ਸਿਉ ਮਨ ਕੀ, ਪਰ ਕਹਿੰਦੇ ਮੈਂ ਕਹਾਂ ਕਿਸ ਨੂੰ। ਬਿਰਥਾ ਕਹੋ ਕੌਣ ਸਿਉ ਮਨ ਕੀ, ਇਹ ਮਨ ਦੀ ਜਿਹੜੀ ਪੀੜਾ ਹੈ, ਦੁੱਖ ਹੈ, ਇਹ ਮੈਂ ਕਿਸ ਨੂੰ ਦੱਸਾਂ। ਕਿਉਂਕਿ ਤਨ ਤੇ ਮਨ ਦੇ ਅੰਦਰ ਅੰਤਰ ਹੈ। ਤਨ ਇਹ 5 ਭੂਤਕ ਸਰੀਰ ਹੈ, ਕਾਇਆ ਹੈ, ਦੇਹੀ ਹੈ, ਔਰ ਮਨ ਇਸ ਦੇ ਅੰਦਰ ਹੈ। ਤਨ ਕਰਕੇ ਕੋਈ ਪੀੜਾ ਹੋਵੇ, ਸਰੀਰ ਕਰਕੇ ਕੋਈ ਰੋਗ ਹੋਵੇ, ਅਸੀਂ ਕਿਸੇ ਨੂੰ ਦੱਸ ਸਕਦੇ ਹਾਂ, ਬੋਲ ਕੇ ਦੱਸ ਸਕਦੇ ਹਾਂ। ਕੋਈ ਸਰੀਰ ਦੇ ਅੰਦਰ ਪ੍ਰੋਬਲਮ ਆ ਗਈ ਹੈ, ਡਾਕਟਰ ਦੇ ਪਾਸ ਜਾਵਾਂਗੇ, ਡਾਕਟਰ ਤੋਂ ਸਲਾਹ ਲਵਾਂਗੇ, ਦਵਾਈ ਲਵਾਂਗੇ। ਔਰ ਫਿਰ ਸਰੀਰ ਦੇ ਵੀ ਡਾਕਟਰ ਵੱਖ-ਵੱਖ ਨੇ। ਜੇ ਕੋਈ ਅੱਖਾਂ ਦੀ ਪ੍ਰੋਬਲਮ ਹੈ, ਉਹਨੂੰ ਦਿਖਾਵਾਂਗੇ, ਅੱਖਾਂ ਦੀ ਪੀੜਾ, ਅੱਖਾਂ ਦਾ ਦਰਦ, ਅੱਖਾਂ ਦੀ ਤਕਲੀਫ ਉਹ ਦੇਖੇਗਾ। ਜੇ ਕੋਈ ਦਿਮਾਗ ਦੇ ਨਾਲ, ਬ੍ਰੇਨ ਦੇ ਨਾਲ ਸੰਬੰਧਿਤ ਹੈ, ਉਹਦਾ ਵੱਖਰਾ ਹੈ। ਜੇ ਕਿਸੇ ਨੂੰ ਹੱਡੀਆਂ ਦੀ ਕੋਈ ਪ੍ਰੋਬਲਮ ਹੈ, ਕਿਸੇ ਨੂੰ ਸਕਿਨ ਦੀ ਹੈ, ਤਾਂ ਜਿਹੜੀ ਬਾਹਰੀ ਪੀੜਾ ਹੈ ਉਹ ਵੱਖ-ਵੱਖ ਤਰ੍ਹਾਂ ਦੀ ਹੋ ਸਕਦੀ ਹੈ, ਔਰ ਉਹਦੇ ਵੱਖ-ਵੱਖ ਹੀ ਡਾਕਟਰ ਨੇ। ਜੇ ਕੋਈ ਘਰ ਦੀ ਪ੍ਰੋਬਲਮ ਹੈ, ਉਹਦਾ ਵੱਖ ਇਲਾਜ ਹੈ। ਘਰ ਦੇ ਅੰਦਰ ਵੱਡੇ ਮੁਖੀ ਤੋਂ ਸਲਾਹ ਲਈ ਜਾਂਦੀ ਹੈ। ਜੇ ਹੋਰ ਕੋਈ ਕੋਰਟ ਕੇਸ ਹੈ ਤੇ
ਵਕੀਲ ਸਲਾਹ ਦੇਣ ਵਾਲੇ ਨੇ। ਹਰ ਇੱਕ ਜੇ ਕੋਈ ਬਾਹਰੀ ਪੀੜਾ ਹੈ, ਕੋਈ ਬਾਹਰੀ ਦਰਦ ਹੈ, ਤੇ ਉਹਦਾ ਇਲਾਜ ਬਾਹਰੀ ਰੂਪ ਦੇ ਅੰਦਰ ਕੱਢਿਆ ਗਿਆ, ਬਾਹਰੀ ਰੂਪ ਦੇ ਅੰਦਰ ਦੱਸਿਆ ਵੀ ਜਾਂਦਾ ਹੈ। ਪਰ ਸਾਹਿਬ ਕਹਿੰਦੇ ਇਹ ਪੀੜਾ ਹੈ ਮਨ ਦੀ, ਇਹ ਤਨ ਦੀ ਪੀੜਾ ਨਹੀਂ ਹੈ। ਬਿਰਥਾ ਕਹੋਂ ਕੌਣ ਸਿਉ ਮਨ ਕੀ, ਮੈਂ ਮਨ ਦੀ ਬਿਰਥਾ, ਮਨ ਦਾ ਦੁੱਖ, ਮਨ ਦੀ ਪੀੜਾ ਕਿਹਨੂੰ ਦੱਸਾਂ। ਕਿਉਂ? ਸਾਹਿਬ ਕਹਿੰਦੇ ਲੋਭ ਗ੍ਰਸਿਓ ਦਸ ਹੂੰ ਦਿਸ਼ ਧਾਵਤ। ਕਹਿੰਦੇ ਇਹ ਮਨ ਜਿਹੜਾ ਹੈ ਇਹ ਲੋਭ ਦੇ ਅੰਦਰ, ਲਾਲਚ ਦੇ ਅੰਦਰ ਗ੍ਰਸਿਆ ਹੋਇਆ। ਦਸ ਹੂੰ ਦਿਸ਼ ਧਾਵਤ, ਤੇ ਕਹਿੰਦੇ ਦਸਾਂ ਹੀ ਦਿਸ਼ਾਵਾਂ ਵੱਲ ਨੂੰ। ਹੁਣ ਦਿਸ਼ਾਵਾਂ ਚਾਰ ਨੇ, ਔਰ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਇਹ ਚਾਰ ਦਿਸ਼ਾਵਾਂ ਦੇ ਵਿਚਲੇ ਜਿਹੜੇ ਚਾਰ ਕੋਨੇ ਨੇ, 4 ਤੇ 4 8, ਔਰ ਇੱਕ ਹੇਠਲਾ ਧਰਤੀ ਔਰ ਇੱਕ ਆਸਮਾਨ, 10 ਦਿਸ਼ਾਵਾਂ ਵਿਦਵਾਨਾਂ ਨੇ, ਦਾਰਸ਼ਨਿਕਾਂ ਨੇ ਮੰਨੀਆਂ। ਕਹਿੰਦੇ ਲੋਭ ਗ੍ਰਸਿਓ ਦਸ ਹੂੰ ਦਿਸ਼ ਧਾਵਤ। ਇਹ ਮਨ ਦੀ ਪੀੜਾ ਕੀ ਹੈ? ਮਨ ਨੂੰ ਲੋਭ ਦਾ ਰੋਗ, ਵਿਕਾਰਾਂ ਦਾ ਰੋਗ ਲੱਗਾ ਹੈ। ਹੁਣ ਜੇ ਕੋਈ ਤਨ ਦੀ ਪੀੜਾ ਹੈ ਤੇ ਅਸੀਂ ਕਿਸੇ ਨੂੰ ਦੱਸਦੇ ਹਾਂ, ਤੇ ਗਜ਼ਬ ਦੀ ਗੱਲ ਕੀ ਹੈ? ਅਸੀਂ ਕਿਸੇ ਨੂੰ ਤਨ ਦੀ ਪੀੜਾ ਦੱਸਦੇ ਹਾਂ, ਤੇ ਜਿਹਨੂੰ ਦੱਸਦੇ ਹਾਂ ਬਹੁਤਾਤ ਅੰਦਰ ਹੁੰਦਾ ਇੱਦਾਂ ਹੈ, ਆਪਣੀ ਗੱਲ ਪੂਰੀ ਨਹੀਂ ਹੋਈ ਤੇ ਉਹਦੇ ਵਿੱਚ ਹੀ ਉਹ ਵੀ ਆਪਣੀ ਦੱਸਣ ਲੱਗ ਪੈਂਦਾ ਹੈ, ਕਿਉਂਕਿ ਸਾਰੇ ਹੀ ਗ੍ਰਸੀ ਹੋਏ ਨੇ। ਫਰੀਦਾ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਕਹਿੰਦੇ ਜੇ ਕਿਸੇ ਨੂੰ ਕੋਈ ਆਪਣੇ ਮਨ ਦਾ, ਤਨ ਦਾ ਕੋਈ ਰੋਗ ਦੱਸਦਾ ਹੈ, ਕੋਈ ਮਨ ਨੂੰ ਹੌਲਾ ਕਰਨ ਵਾਸਤੇ ਦੁੱਖ ਦੱਸਣ ਲੱਗਦਾ ਹੈ, ਤੇ ਸਾਹਿਬ ਕਹਿੰਦੇ ਭਾਈ ਸੰਸਾਰ ਦਾ ਸੁਭਾਅ ਹੀ ਇਵੇਂ ਦਾ ਹੈ। ਜੇ ਤੂੰ ਆਪਣੇ ਦੁੱਖ ਨੂੰ ਦੱਸ ਰਿਹਾ ਹੈ ਤੇ ਤੇਰੇ ਦੁੱਖ ਦਾ ਤੇ ਪਤਾ ਨਹੀਂ ਉਹਨੇ ਸੁਣਨਾ ਹੈ ਕਿ ਨਹੀਂ ਸੁਣਨਾ, ਉਹਨੇ ਆਪਣੇ ਤੈਨੂੰ 10 ਗੁਨਾਹ ਦੇ ਦੇ। ਸਾਹਿਬ ਨੇ ਬਾਣੀ ਦੇ ਅੰਦਰ ਬਚਨ ਕੀਤੇ, ਕਹਿਣ ਲੱਗੇ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਜਦੋਂ ਫਿਰ ਐਵੇਂ ਬੈਠਿਆ ਜਾਂਦਾ ਹੈ ਤੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਜਿਸ ਹਿਰਦੇ ਦੇ ਅੰਦਰ ਨਾਮ ਹੀ ਨਹੀਂ, ਉੱਥੇ ਤ੍ਰਿਸ਼ਨਾ ਦੀ ਅੱਗ ਹੀ ਬਲਣੀ ਹੈ, ਉੱਥੇ ਨਿੰਦਾ ਦੀਆਂ, ਉੱਥੇ ਦੁੱਖ ਤਕਲੀਫਾਂ ਦੀਆਂ ਹੀ ਗੱਲਾਂ ਬਾਹਰ ਆਉਣੀਆਂ ਹੈ। ਤਾਂ ਕਰ ਸਾਹਿਬ ਜੀਆਂ ਨੇ ਬਚਨ ਕੀਤੇ, ਕਹਿਣ ਲੱਗੇ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਦੁੱਖ ਵਿੱਚ ਜੀਓ ਜਲਾਇਆ। ਸਾਹਿਬ ਕਹਿੰਦੇ ਭਾਈ ਫਿਰ ਜੀ ਨੂੰ, ਇਹ ਜਿੰਦ ਨੂੰ, ਮਨ ਨੂੰ ਫਿਰ ਦੁੱਖ ਦੇ ਵਿੱਚ ਹੀ ਜਲਾਉਣ ਲੱਗ ਪਿਆ, ਤ੍ਰਿਸ਼ਨਾ ਦੀ ਅੱਗ ਦੇ ਅੰਦਰ ਹੀ ਇਹ ਜਲਣ ਲੱਗ ਪਿਆ। ਤੇ ਕੀ ਹੋਇਆ? ਦੁਖੀਆ ਚੱਲਿਆ ਰੋਏ, ਤੇ ਦੁੱਖ ਦੇ ਅੰਦਰ ਹੀ ਰੋਂਦਾ ਕਰਲਾਉਂਦਾ ਸੰਸਾਰ ਤੋਂ ਚਲਿਆ ਗਿਆ। ਸਾਹਿਬ ਕਹਿੰਦੇ ਤਨ ਦੀ ਪੀੜਾ ਜਿਹੜੀ ਹੈ ਉਹ ਵੀ ਜੀਵ ਜੇ ਕਿਸੇ ਨੂੰ ਦੱਸਦਾ ਏ, ਕੋਈ ਆਪਣੇ ਤਜਰਬੇ ਦੇ ਵਿੱਚੋਂ, ਜੇ ਕਿਸੇ ਦਾ ਕੋਈ ਸਿਰ ਦਰਦ ਹੁੰਦਾ ਹੈ, ਉਹ ਤਜਰਬੇ ਦੇ ਵਿੱਚੋਂ ਕੋਈ ਗੋਲੀ ਦੇ ਦੇਗਾ, ਜਾਂ ਉਹ ਨੱਪ ਦੇਵੇਗਾ, ਜਾਂ ਇੱਥੋਂ ਤੱਕ ਚਾਹ ਬਣਾ ਕੇ ਦੇ ਦੇਗਾ, ਜਿਵੇਂ ਦੀ ਵੀ ਉਹ ਹੈਲਪ ਕਰ ਸਕਦਾ ਹੋਇਆ। ਪਰ ਇਸ ਤੋਂ ਉੱਤੇ ਕੋਈ ਕਿੰਨੀ ਕੁ ਕਰ ਸਕਦਾ ਹੈ? ਸਾਹਿਬ ਕਹਿੰਦੇ ਭਾਈ ਤੇ ਇਹ ਜਿਹੜਾ ਰੋਗ ਹੈ ਇਹ ਤੇ ਹੈ ਹੀ ਅੰਦਰ ਦਾ ਹੈ, ਇਹ ਤੇ ਮਨ ਦਾ ਹੈ। ਮਨ ਦੀ ਜਿਹੜੀ ਪੀੜਾ ਹੈ, ਮਨ ਦਾ ਜਿਹੜਾ ਦੁੱਖ ਹੈ, ਉਹ ਕਿਵੇਂ ਦੱਸਿਆ ਜਾਵੇ? ਬਿਰਥਾ ਕਹੋਂ ਕੌਣ ਸਿਉ ਮਨ ਕੀ, ਮੈਂ ਮਨ ਦੀ ਬਿਰਥਾ, ਮਨ ਦਾ ਦੁੱਖ, ਮਨ ਦੀ ਪੀੜਾ ਤੇ ਦੱਸਣੀ ਹੈ, ਪਰ ਕਹਿੰਦੇ ਦੱਸਾਂ ਕਿਸ ਨੂੰ? ਲੋਭ ਗ੍ਰਸਿਓ ਦਸ ਹੂੰ ਦਿਸ਼ ਧਾਵਤ, ਆਸਾ ਲਾਗਿਓ ਧਨ ਕੀ। ਕਹਿੰਦੇ ਇਹ ਮਨ ਜਿਹੜਾ ਹੈ ਲੋਭ ਨੇ ਗ੍ਰਸ ਲਿਆ ਹੈ, ਇਹ ਹੁਣ ਸਾਰੇ ਬੰਨੇ ਦੌੜਦਾ ਹੈ। ਤੇ ਆਸ ਕੀ ਹੈ ਇਹਦੇ ਅੰਦਰ? ਇਹਦੇ ਮਨ ਦੇ ਅੰਦਰ ਲਾਲਚ ਕੀ ਹੈ? ਕਹਿੰਦੇ ਆਸਾ ਲਾਗਿਓ ਧਨ ਕੀ। ਕਹਿੰਦੇ ਧਨ ਮਿਲ ਜਾਵੇ ਕਿਸੇ ਤਰੀਕੇ ਦੇ ਨਾਲ, ਕਿਸੇ ਤਰੀਕੇ ਦੇ ਨਾਲ ਧਨ ਨੂੰ ਪ੍ਰਾਪਤ ਕਰ ਲਵਾਂ। ਕਹਿੰਦੇ ਇਹ ਆਸ ਦੇ ਨਾਲ
मन दे अंदर लोभ का रोग लग गया है, विकारां दे रोग लग गए ने। ते कहंदे ये वाड़ी पीड़ा जड़ी है हुण किस नूं दसी जावे। मन की पीड़ा ते बड़ी दूर की गल है, तन की पीड़ा ही जे दसीए ते अगों 10 होर सुनन नूं मिलदियां है। जे एक कोल अपने दिल की पीड़ा दसांगे तो अगों उन्हें भी पता नहीं किन्नियां दसनियां। साहिब कहंदे भाई कौन है, कोई है जिहदे अगे तन की पीड़ा दे नाल मन की पीड़ा भी दसी जा सके, और केवल दसी ना जा सके, कोई है जिहड़ा इनू ठीक कर सकता होवे। कौन है जिहड़ा ये लोभ विकारी बिरथी जिहड़ी मन नूं ये रोग लगे ने इन्हां नूं ठीक कर सकता हो। क्योंकि लोभ दा लालच दा जिहड़ा है ये रोग बड़ा वड्डा है। ते साहिब कहंदे भाई जिहड़ा मनमुख मनुख है वो इस दे गेड़ दे अंदर बड़ी जल्दी आ जाता है। क्योंकि जिहड़ा मन दे मगर चलदा है, मन ते पहलां ही कह रहा है कि भाई इवें करना है, इवें इवें आपां जिहड़ा है ये सारे कारज करदे ने। और अखीर मन जिहड़ा है इवें जी नूं जंजालां दे अंदर जंजीरां दे अंदर जकड़ दिंदा है कि बाद दे विच कोई उहदी बंद खलासी नहीं। साहिब कहंदे भाई बिरथा मैं मन की पीड़ा किनूं बयां करां। लोभ दे अंदर ये ग्रसिया होया है, धन की ये आसा कर रहा है। कौन है, कोई है जिहदे अगे मैं बिनों करां। साहिब सतगुरां दी पाक बाणी नूं पुछीए तो फिर सतगुरु जी बचन करदे कहंदे भाई है जे वाकिया तो तू ये इलाज वास्ते आया है, जे ये दुख दे दारू वास्ते आया है तो यदी दवाई है। साहिब कहंदे भाई सर्ब कला भरपूर प्रभ बिरथा जानन हार। कहंदे है मालिक जिहड़ा तेरे जी की बिरथा होए सो गुर पह अरदास कर। साहिब कहंदे भाई जे कोई दिल की पीड़ा नूं लैके दुनियावी लोगों नूं दसेगा उहदा कोई इलाज नहीं। पर कहंदे जे जी की जिहड़ी जी की अरदास है, हिरदे की अरदास है, कहंदे जे जीव जी की हिरदे की वेदना मालिक नूं अरजोई रूप दे अंदर दसे कि हे मालिक मैं ना ही कश हों नहीं किश आहे ना मोरा, अवसर लज्जा राख ले हो सदना जन तोरा। सतगुरु तू ही लजपत रखण वाला है, मेरे पास कोई भी इसका इलाज नहीं। ये लोभ विकार पैदा भी तू कीते ने ते इन्हां नूं तू ही वस दे अंदर कराउण वाला है। जी की बिरथा होए सो गुर पह अरदास कर। कहंदे छोड़ सियानप सगल, फिर मना एक कारज करना पवेगा। जे मालिक दे अगे अरजोई करनी है भी ये लोभ लालच दे रोग तो मुक्त होना है तो कहंदे भाई फिर एक अरजोई रूप दे अंदर जदों मालिक नूं वेदना पीड़ा बयान करनी है तो उहदे नाल कहंदे भाई फिर अपनी मन की सियानप भी छड्डनी पवेगी। हालांकि गुरु दे द्वारे ते आपां आउंदे हैं, गुरु दे अगे अरजोई करते हैं, पर बहुत घट अजिहे जन वो रब्बी रूहां ही होणगियां जिहड़ियां गुरु दे दर ते आके ये अरजोई करदियां है कि सतगुरु अपनी मत दे जिवें तू चलाउणा चाहुंदा है किरपा कर असीं उवें चलीए, नहीं तो साडी अरजोई रूप दे अंदर गुरु दे अगे बिरथा की है, बिनों की है। असीं गुरु तो कोई ना कोई दात आण के मंगते हैं, कुछ ना कुछ मंगते हैं, और जिहड़ी मंग है वो मन की सोच दे विचों आई है। साहिब ने तो कहा भाई मन की मत गुरु नूं दे, गुरु की मत लै। पर साहिब कहंदे भाई कोई विरले ही जन है, ऐसे जन विरले संसारे
गुर शब्द विचारै रह निरारे। ਜਿਹੜੇ ਨਿਆਰੇ ਨੇ ਗੁਰੂ ਦੇ ਪਾਸ ਆ ਕੇ ਗੁਰੂ ਦੀ ਮੱਤ, ਇੱਕ ਸ਼ਾਇਰ ਨੇ ਬੜੇ ਪਿਆਰੇ ਬੋਲ ਲਿਖੇ ਨੇ, ਕਹਿੰਦੇ खुदा को, कहता खुदा के पास आकर मांग लिया खुदा को। कहते जदों खुदा दे पास आए उहदे अगे अरजोई की, तो फिर अरजोई दे अंदर मन ने कहा भी मना आ मंग आओ मंग। तो कहते जदों गुरु की मत, गुरु का शब्द सुनिया भी सब कुछ देनहार दतार है, तो कहते जे देनहार नूं ही मंग लिया जाए, तो कहते जदों मन ने वो प्रीतम प्यारे नूं ही मंग लिया, तो कहते फिर होर कुछ मंगण लई हत्थ ही नहीं अड्डे गए, क्योंकि जदों मंगी सब कुछ देनहारे नूं लिया। तां कर साहिब कहते भाई जे गुरु दे अगे रजोई करनी है, जिहड़ा बिरथा जाननहार है, तो फिर छोड़ सियानप, फिर अपनी सियानप ते छड्डनी पवेगी। मन तन अर्प धर, मन ते तन नूं साहिब कहंदे गुरु नूं अर्पण कर। सुख का हेत बहुत दुख पावत, सेव करत जन जन के बहुत जीव। ਜਿਹੜੇ ਸੁਖ ਦੀ ਖਾਤਰ ਸਾਹਿਬ ਨੇ ਬੜੇ ਸਿੱਧੇ ਸ਼ਬਦ ਵਰਤੇ ਨੇ, ਕਹਿੰਦੇ ਜਿਹੜੇ ਸੁਖ ਦੀ ਖਾਤਰ, ਧਨ ਦੀ ਖਾਤਰ हर एक जन के पास ਉਹਦੀ खुशामद वास्ते ਉਹਦੀ चापलूसी करते हैं। कादे वास्ते? मगर कारण की है? लोभ लालच। कहते भाई ये बिरती नूं त्याग। द्वार है द्वार सुआन ज्यों डोलत, नह सुध राम भजन के। भलिया जिवें सुआन जिहड़ा है कूकर है, वो दर दर ते टुक दे लालच लई जांदा है। जे तू भी ਉਹਦੀ ਬਿਰਤੀ ਧਾਰਨ ਕਰ ਲਈ ਹੈ, ਤੇਰੇ ਤੇ ਉਹਦੇ ਵਿੱਚ ਕੋਈ ਅੰਤਰ ਨਹੀਂ। ਮਾਲਕ ਦੇ ਰਾਮ ਦਤਾਰ ਦੇ ਭਜਨ ਦੀ ਸੁਧ ਬੁੱਧ ਭੁਲਾਈ ਬੈਠਾ, ਉਹਨੂੰ ਯਾਦ ਕਰ। ਅਖੀਰਲੇ ਬੰਦ ਅੰਦਰ ਸਾਹਿਬ ਜੀਆਂ ਦੇ ਬਚਨ ਕਹਿਣ ਲੱਗੇ, ਮਾਨਸ ਜਨਮ ਅਕਾਰਤ ਖੋਵਤ, ਲਾਜ ਨਾ ਲੋਕ ਹਸਨ ਕੇ। ਇਹ ਮਨੁੱਖਾ ਜਨਮ ਬੇਸ਼ੁਮਾਰ ਕੀਮਤੀ ਹੈ, ਇਹਨੂੰ ਐਵੇਂ ਅਕਾਰਥ ਵਿਅਰਥ ਨਾ ਗਵਾ। ਲੋਕ ਹੱਸਣਗੇ, ਲੋਕਾਂ ਦੇ ਹੱਸਣ ਦੀ ਸ਼ਰਮ, ਧਰਮ ਦੀ ਸ਼ਰਮ, ਔਰ ਮਿਲੇ ਹੋਏ ਇਹ ਦੁਰਲੱਭ ਜਨਮ ਜਿਹੜਾ ਹੈ, ਇਹਦੇ ਬਾਬਤ ਸੋਚ ਵਿਚਾਰ। ਇਹ ਮਾਨਸ ਜਨਮ फिर नहीं मिलना। कबीर मानस जन्म दुलंभ है, होए न बार है बार। ज्यों बन फल पाके भुहें गिरे, बहुर न लागै डार। साहिब बचन करदे कहंदे, नानक हर जस क्यों नहीं गावत, को मत बिनासे तन की। कहंदे जिहदे नाल भैड़ी मत खत्म होनी है, ਉਹ ਮਾਲਕ ਜੀਆਂ ਦਾ ਜਸ ਤੂੰ ਕਿਉਂ ਨਹੀਂ ਗਾ ਰਿਹਾ। ਉਹਨਾਂ ਦੇ ਨਾਮ ਸਿਮਰਨ ਦੇ ਨਾਲ ਜੁੜ। ਸਤਿਗੁਰੂ ਜੀ ਕਿਰਪਾ ਕਰਨ। ਸਮੁੱਚੇ ਸ਼ਬਦ ਅੰਦਰ ਸਾਹਿਬ ਜੀਆਂ ਨੇ ਜੀਵ ਦੀ ਹਾਲਤ ਬਿਆਨ ਕੀਤੀ ਹੈ ਔਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਾਈ ਮਨ ਦੀ ਮੱਤ ਨੂੰ ਤਿਆਗ ਕੇ ਜੇ ਤਨ ਦੇ ਔਰ ਮਨ ਦੇ ਰੋਗਾਂ ਤੋਂ ਦੂਰ ਹੋਣਾ ਹੈ, ਇਹਨਾਂ ਦੋਗਾਂ ਨੂੰ ਨਾਸ਼ ਕਰਨਾ ਹੈ, ਖਤਮ ਕਰਨਾ ਹੈ। ਤੇ ਕਹਿੰਦੇ ਭਾਈ ਫਿਰ ਮਾਲਕ ਜੀਆਂ ਦੇ ਨਾਮ ਦੀ ਹਿਰਦੇ ਦੇ ਅੰਦਰ ਪ੍ਰੀਤ ਜਗਾ। ਗੁਰੂ ਅੱਗੇ ਅਰਜ਼ੋਈ ਕਰ, ਮਨ ਦੀ ਸਿਆਣਪ ਛੱਡ ਕੇ ਔਰ ਗੁਰੂ ਦਾ ਹਰ ਜਸ। ਸਾਹਿਬ ਕਹਿੰਦੇ ਭਾਈ ਗਾਏ ਲੈ ਜੋ ਸੰਗੀ ਹੈ ਤੇਰਾ, ਉਹ ਮਾਲਕ ਉਹਦੇ ਨਾਮ ਦੇ ਨਾਲ ਜੁੜੀਏ। ਸਤਿਗੁਰੂ ਜੀ ਕਿਰਪਾ ਕਰਨ। ਬਾਣੀ ਗਾਉਂਦਿਆਂ, ਪੜ੍ਹਦਿਆਂ, ਪੜ੍ਹਾਉਂਦਿਆਂ, ਸੁਣਦਿਆਂ, ਸੁਣਾਉਂਦਿਆਂ ਪਾਵਨ ਸਤਿਗੁਰਾਂ ਜੀ ਦੇ ਬਚਨ ਜੀਵਨ ਦੇ ਅੰਦਰ ਵਸ ਜਾਵਣ। ਬਾਕੀ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਗੁਰੂ ਬਖਸ਼ਣ ਜੋ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।